ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹੋ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹੋ। ਆਪ ਖੜੋ ਵਹੇ ਆਪ ਕਰ, ਆਪੀਣ ਆਪਾਹੋ। ਗੁਰਮੁਖ ਸੇਵਾ ਥਾਏ ਪਵੈ, ਉਨ ਮਨ ਤਤ ਕਮਾਹੋ। ਮਸਕਤ ਲਹੋ ਮਜੂਰੀਆ, ਮੰਗ ਮੰਗ ਖਸਮ ਦਰਾਹੋ। ਨਾਨਕ ਪੁਰ ਦਰ ਵੇ ਪਰਵਾਹ, ਤੋ ਦਰ ਊਣਾ ਨਾਹੇ ਕੋ। ਸੱਚਾ ਵੇ ਪਰਵਾਹੋ। ਮਸਕਤ ਲਹੋ ਮਜੂਰੀਆ, ਮੰਗ ਮੰਗ ਖਸਮ ਦਰਾਹੋ। ਨਾਨਕ ਪੁਰ ਦਰ ਵੇ ਪਰਵਾਹ, ਤੋ ਦਰ ਊਣਾ ਨਾਹੇ ਕੋ। ਸੱਚਾ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਤੇ ਮਾਲਕ, ਜੋਗੋ ਜੋਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 788 ਤੇ ਸੁਭਾਏਮਾਨ ਹੈ। ਸੂਹੀ ਕੀ ਵਾਰ ਸਾਹਿਬ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। 10ਵੀਂ ਪੌੜੀ ਦੇ ਨਾਲ 2 ਸ਼ਲੋਕ ਹਨ। ਇਹ ਅੱਜ ਦਾ ਫਰਮਾਨ ਹੈ। ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ। ਪੌੜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮੂਲ ਪਾਠ
ਹੁਕਮ ਦਾ ਪਾਠ ਸਤਿਕਾਰਯੋਗ ਗਿਆਨੀ ਗੁਰਸੇਵਕ ਸਿੰਘ ਜੀ ਉਹਨਾਂ ਪਾਸੋਂ ਆਪਨੇ ਸਰਵਣ ਕੀਤਾ ਹੈ। ਵਿਚਾਰ ਆਰੰਭ ਕਰੀਏ ਤੇ ਸਤਿਗੁਰੂ ਕੋਲੋਂ ਮੰਗੀਏ ਕਿ ਪਾਤਸ਼ਾਹ ਸਿਰ ਤੇ ਹੱਥ ਰੱਖਣਾ, ਇਹ ਸੋਝੀ ਤੁਹਾਡੀ ਬਖਸ਼ੀ ਹੈ। ਸੋਝੀ ਸਾਡੀ ਸਿਆਣਪ ਵਿੱਚੋਂ, ਸਾਡੀਆਂ ਚਤਰਾਈਆਂ ਵਿੱਚੋਂ ਜੇਕਰ ਇਹ ਸਾਡੇ ਦਿਮਾਗ ਵਿੱਚੋਂ ਨਿਕਲੇਗੀ ਤੇ ਅਧੂਰੀ ਹੋਵੇਗੀ, ਪਰ ਸੋਝੀ ਤੇਰੇ ਦਰ ਤੋਂ ਮਿਲੇਗੀ ਤੇ ਉਹ ਪੂਰੀ ਹੋਵੇਗੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਆਓ ਵਿਚਾਰ ਆਰੰਭ ਕਰੀਏ। ਚਿੱਤ ਵਿਰਤੀਆਂ ਨੂੰ ਇਕਾਗਰ ਕਰੋ। ਗੁਰੂ ਦਰ ਆ ਗਏ ਹਾਂ ਤੇ ਗੁਰੂ ਦੇ ਹੋ ਜਾਈਏ। ਕਬੀਰ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ ਹੈ ਨਾ, ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਇਹਦਾ ਇਹ ਅਰਥ ਨਹੀਂ ਗੁਆਂਢੀ ਜਾਣਾ ਚਾਹੁੰਦਾ ਹੈ ਤੇ ਉਸ ਨੂੰ ਨਾਲ ਨਾ ਲਓ, ਬੱਚੇ ਨਾਲ ਨਾ ਲਓ, ਪਰਿਵਾਰ ਨਾਲ ਨਾ ਲਓ। ਨਹੀਂ, ਅੰਦਰ ਵਾਸ਼ਨਾਵਾਂ ਨਾਲ ਜੋ ਭਰਿਆ ਪਿਆ, ਇਹ ਵਾਸ਼ਨਾਵਾਂ, ਇਹ ਇੱਛਾ ਜੋ ਗੁਰੂ ਸ਼ਬਦ ਨਾਲ ਜੁੜਨ ਹੀ ਨਹੀਂ ਦਿੰਦੀਆਂ, ਇਹਨਾਂ ਨੂੰ ਬਾਹਰ ਛੱਡ ਆਈਏ, ਇਹਨਾਂ ਨੂੰ ਨਾਲ ਨਾ ਲਿਆਈਏ। ਇੱਥੇ ਕੇਵਲ ਗੁਰੂ ਦੇ ਹੋ ਕੇ ਆਈਏ, ਸਿੱਖ ਬਣ ਕੇ ਆਈਏ, ਸਿੱਖਿਆ ਲੈਣ ਵਾਸਤੇ ਆਈਏ। ਸਿੱਖ ਔਰ ਸਿੱਖਿਆ ਇਹ ਦੋਵੇਂ ਇਕੱਠੇ ਨੇ। ਸਿੱਖਿਆ ਤੋਂ ਬਿਨਾਂ ਕੋਈ ਸਿੱਖ ਨਹੀਂ। ਸਿੱਖ ਤਾਂ ਹੈ ਜੇ ਸਿੱਖਿਆ ਹੈ। ਸਰਵਣ ਕਰੋ, ਸੁਰਤ ਦੀ ਝੋਲੀ ਗੁਰੂ ਦੇ ਅੱਗੇ ਕਰ ਦਈਏ ਕਿ ਪਾਤਸ਼ਾਹ ਖੈਰ ਪਾ ਦਿਓ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਖੈਰ ਦੀਜੈ ਬੰਦਗੀ। ਉਹ ਝੋਲੀ ਖਾਲੀ ਨਹੀਂ ਤੋਰਦਾ, ਉਹ ਭਰ ਦਿੰਦਾ, ਭਰਪੂਰ ਕਰ ਦਿੰਦਾ। ਉਸ ਦੇ ਘਰ ਵਿੱਚ ਕੋਈ ਘਾਟ ਨਹੀਂ। ਆਓ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਇਹ ਸ਼ਲੋਕ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ। ਬੰਦਾ ਪੜ੍ਹ ਤੇ ਬਹੁਤ ਗਿਆ, ਕਿਤਾਬਾਂ ਪੜ੍ਹ ਲਈਆਂ, ਤੇ ਜਿਸ ਦੀਆਂ ਲਿਖੀਆਂ ਹੋਈਆਂ ਨੇ ਪਤਾ ਨਹੀਂ ਉਸਨੇ ਵੀ ਕੁਛ ਜਾਣਿਆ ਕਿ ਨਹੀਂ ਜਾਣਿਆ। ਉਸਨੇ ਅੱਗੋਂ ਕਿਸੇ ਦੀ ਬਹੁਤ ਕਿਤਾਬਾਂ ਤੇ ਐਸੀਆਂ ਨੇ ਜੋ ਪਹਿਲੀਆਂ ਕਿਤਾਬਾਂ ਦੀ ਨਕਲ ਹੀ ਕੀਤੀ ਹੋਈ ਹੈ। ਜੋ ਵੇਖਿਆ ਉਹ ਲਿਖ ਦਿੱਤਾ। ਬਹੁਤ ਪੜ੍ਹ ਗਿਆ, ਬੜਾ ਸਿਆਣਾ ਹੈ, ਪਰ ਇੱਕ ਨੁਕਸਾਨ ਕਰ ਬੈਠਾ, ਵਿਸਮਾਦ ਗਵਾ ਬੈਠਾ, ਵਾਹ ਵਾਹ ਗਵਾ ਬੈਠਾ। ਧੰਨ ਗੁਰੂ ਨਾਨਕ ਦੇਵ ਵੇਖਦੇ ਹੋ ਬੱਦਲਾਂ ਨੂੰ, ਸਾਹਮਣ ਆਇਆ ਕਹਿੰਦੇ ਹੋ ਵਾਹ, ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ। ਸਾਡੇ ਮੂੰਹੋਂ ਕਦੀ ਬੱਦਲਾਂ ਨੂੰ ਵੇਖ ਕੇ ਵਾਹ ਨਿਕਲੇ? ਕਹਿੰਦੇ ਨੇ ਵਾਹ ਭੈਣੇ ਸਾਹਮਣੇ ਆਇਆ, ਤੇਰੇ ਮੁੰਦ ਕਟਾਰੇ ਜੇ ਵੱਡਾ ਤੈਨ ਲੋਭੀ ਲੋਭ ਲਵਾਇਆ। ਤੇਰੇ ਦਰਸ਼ਨ ਅੱਜ ਬੱਦਲ ਚੋਂ ਹੋ ਰਹੇ ਨਾ, ਤੇਰੇ ਦਰਸ਼ਨ ਵਿਟੋਂ ਖੰਨੀਏ ਵੰਜਾਂ, ਤੇਰੇ ਨਾਮ ਵਿਟੋਂ ਕੁਰਬਾਨੋ। ਜਾਂ ਤੂੰ ਤਾਂ ਮੈਂ ਮਾਣ ਗਿਆ ਹੈ, ਤੁਧ ਬਿਨ ਕਿਹਾ ਮੇਰਾ ਮਾਨੋ। ਤੂੰ ਹੈ ਇਹਨਾਂ ਬੱਦਲਾਂ 'ਚ ਹੀ ਨਹੀਂ। ਆਸਾ ਦੀ ਵਾਰ ਦੀ ਪਹਿਲੀ ਪੌੜੀ ਕਿਤੇ ਧਿਆਨ ਨਾਲ ਪੜ੍ਹੋ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਕੁਦਰਤ ਸਾਜ ਕੇ ਫਿਰ ਕੀਤਾ ਕੀ? ਕਾਰੇ ਆਸਨ, ਕੁਦਰਤ ਦੇ ਵਿੱਚ ਆਸਨ ਬਣਾ ਲਿਆ। ਕਾਰੇ ਆਸਨ ਡਿਠੋ ਚਾਓ,
ਇਹ ਤਮਾਸ਼ਾ ਆਪ ਵੇਖਣ ਲੱਗ ਪਿਆ। ਹਰ ਚੀਜ਼ ਵਿੱਚ ਉਹ ਬੈਠਾ, ਕਹਿੰਦੇ ਨੇ ਵਾਹ ਖਸਮ ਤੂੰ ਵਾਹ ਵਾਹ ਵਾਹ, ਜਿਨ ਰਚ ਰਚਨਾ, ਜਿਸ ਨੇ ਸਾਰੀ ਰਚਨਾ ਰਚ ਕੇ ਹਮ ਕੀਏ। ਹੁਣ ਜੇ ਸਾਡੀ ਵਾਰੀ ਨਾ ਆਉਂਦੀ ਰਚਨਾ ਵਿੱਚ, ਕਹਿੰਦੇ ਇੰਨੇ ਰੁੱਖ ਬਣਾਏ, ਇੰਨੇ ਮਨੁੱਖ ਬਣਾਏ, ਇੰਨੇ ਪਸ਼ੂ ਬਣਾਏ, ਤੈਨੂੰ ਫੇਰ ਕਦੀ ਬਣਾ ਦਿਆਂਗੇ, ਚੱਲ ਤੂੰ ਉਡੀਕ ਕਰ। ਕਹਿੰਦੇ ਨੇ ਜੇ ਬਣਾਉਂਦਾ ਹੀ ਨਾ ਤੇ ਅਸੀਂ ਕੀ ਕਰਦੇ। ਵਾਹ ਮਾਲਕ ਤੂੰ ਧੰਨ ਹੈ, ਇੰਨੀ ਰਚਨਾ ਵਿੱਚ ਸਾਡੀ ਵਾਰੀ ਵੀ ਆ ਗਈ, ਸਾਨੂੰ ਵੀ ਬਣਾ ਦਿੱਤਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਹਮ ਕੀਏ, ਸਾਨੂੰ ਬਣਾ ਦਿੱਤਾ। ਇਹ ਜਿਹੜਾ ਵਾਹ ਸ਼ਬਦ ਆ, ਇਹ ਭੱਟ ਵੀ ਵਰਤਦੇ ਨੇ। ਭੱਟ ਗਜਨ ਤੇ ਉੱਥੇ ਵਾਹ ਨੂੰ ਇੱਥੇ ਤੱਕ ਲੈ ਜਾਂਦੇ ਨੇ, ਕਹਿੰਦੇ ਨੇ ਸਾਰੀ ਸ੍ਰਿਸ਼ਟੀ ਵਾਹ ਦੀ ਬਣਾਈ ਹੋਈ ਹੈ। ਬੜਾ ਸੁੰਦਰ ਸ਼ਬਦ ਹੈ। ਵਾਹ ਵਾਹ ਕਾ ਵੱਡਾ ਤਮਾਸ਼ਾ, ਇਹ ਸਾਰਾ ਤਮਾਸ਼ਾ ਸ੍ਰਿਸ਼ਟੀ ਕਿਸ ਦੀ ਹੈ? ਵਾਹ ਦੀ। ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਹੱਸਾ, ਬਣਾ ਕੇ ਤੇ ਹੱਸਦਾ ਪਿਆ, ਖੁਸ਼ ਹੁੰਦਾ ਪਿਆ, ਵੇਖਦਾ ਖੁਸ਼ ਹੁੰਦਾ। ਵਾਹ ਵਾਹ ਕਾ ਵੱਡਾ ਤਮਾਸ਼ਾ। ਲੋਕੀ ਤੇ ਤਮਾਸ਼ੇ ਮਦਾਰੀਆਂ ਦੇ ਵੇਖ ਕੇ ਖੁਸ਼ ਹੁੰਦੇ ਨੇ, ਉਹ ਆਪਣਾ ਤਮਾਸ਼ਾ ਵੇਖ ਕੇ ਖੁਸ਼ ਹੁੰਦਾ। ਕਹਿੰਦੇ ਨੇ ਆਪੇ ਹੱਸੈ, ਆਪੇ ਹੱਸੈ, ਆਪ ਹੀ ਚਿਤਵੈ, ਆਪੇ ਚਾਂਦੇ ਸੂਰ ਪ੍ਰਗਾਸਾ। ਇਹ ਚੰਦਰਮਾ ਚ ਚਾਂਦਨੀ ਕਿਸ ਨੇ ਪਾ ਦਿੱਤੀ? ਆਪ। ਤੇ ਵੇਖ ਕੇ ਖੁਸ਼ ਹੋਇਆ, ਬੜਾ ਸੋਹਣਾ ਬਣ ਗਿਆ। ਸੂਰਜ ਵਿੱਚ ਰੌਸ਼ਨੀ ਕਿਸ ਨੇ ਪਾਈ? ਦੀਵਿਆਂ ਵਿੱਚ ਤੇ ਤੇਲ ਪਾਉਂਦੇ ਹੋ। ਇਹ ਕਿੰਨੇ ਯੁੱਗਾਂ ਦੀ ਰੌਸ਼ਨੀ ਦੇ ਰਿਹਾ, ਇਸ ਵਿੱਚ ਤੇਲ ਕਿਸ ਨੇ ਪਾਇਆ? ਇਸ ਨੂੰ ਪ੍ਰਕਾਸ਼ ਕਿਸ ਨੇ ਦਿੱਤਾ? ਆਪੇ ਚੰਦ ਸੂਰ ਪ੍ਰਕਾਸ਼ਾ। ਅੱਗੇ ਬੜਾ ਸੁੰਦਰ ਕਿਹਾ, ਆਪੇ ਜਲ, ਇਹ ਪਾਣੀ ਵੀ ਆਪ ਬਣਾਇਆ, ਇਹਦੇ ਉੱਤੇ ਧਰਤੀ ਬਣਾ ਦਿੱਤੀ। ਆਪੇ ਜਲ, ਆਪੇ ਥਲ, ਥੰਮਣ, ਧਰਤੀ ਦਾ ਥੰਮ, ਇਹਨੂੰ ਖੜਾ ਕਰਨ ਲਈ ਵੀ ਆਪ ਹੈ। ਆਪੇ ਕੀਓ ਘਟ ਘਟ ਬਾਸਾ, ਆਪੇ ਨਰ, ਆਪੇ ਫੁਣ ਨਾਰੀ। ਆਪ ਹੀ ਮਨੁੱਖ, ਆਪ ਹੀ ਇਸਤਰੀ ਹੈ, ਆਪੇ ਸਾਰ, ਆਪ ਹੀ ਪਾਸਾ। ਗੁਰਮੁਖ ਸੰਗਤ ਸਭੇ ਵਿਚਾਰੋ, ਵਾਹ ਵਾਹ ਕਾ ਬੜਾ ਤਮਾਸ਼ਾ। ਇਹ ਸਾਰਾ ਤਮਾਸ਼ਾ ਕਿਸ ਦਾ? ਵਾਹ ਦਾ। ਭੱਟਾਂ ਨੇ ਇੱਕ ਬਚਨ ਹੋਰ ਕਿਹਾ, ਕਹਿੰਦੇ ਨੇ ਗੁਰੂ ਅਮਰਦਾਸ ਨੇ ਰੱਬ ਵਸ ਵਿੱਚ ਕਰ ਲਿਆ। ਤੇ ਕਿਵੇਂ ਕੀਤਾ ਵਾ? ਕਿਹੜਾ ਮੰਤਰ ਪੜ੍ਹਿਆ, ਕੀ ਜਪਿਆ? ਕਹਿੰਦੇ ਨੇ ਗੁਰੂ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ। ਉਹਨਾਂ ਨੇ ਵੀ ਵਾਹ ਵਾਹ ਆ ਕੇ ਧਿਆਇਆ। ਸੇਵਕ ਕੇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਮੂਲ ਮੰਤਰ ਦਾ, ਗੁਰ ਮੰਤਰ ਦਾ ਸੰਖੇਪ ਵੀ ਮੰਨਿਆ, ਕਿਉਂਕਿ ਵਾਹ ਵਾਹ ਕਰਤੇ ਰਸਨਾ ਸ਼ਬਦ ਸੁਹਾਵੀ, ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਬੰਦਾ ਵਾਹ ਵਾਹ ਗਵਾ ਬੈਠਾ, ਇਹ ਗਿਆਨਵਾਨ ਹੋ ਗਿਆ। ਇਹ ਜਿਹੜੀ ਚੀਜ਼ ਨੂੰ ਕਹਿੰਦਾ ਮੈਂ ਤੇ ਜਾਣਦਾ, ਮੈਂ ਤੇ ਇਸ ਦੇ ਬਾਰੇ ਵੀ ਜਾਣਦਾ, ਮੈਂ ਤੇ ਇਸ ਦੇ ਬਾਰੇ ਵੀ ਜਾਣਦਾ। ਸਾਹਿਬ ਜੀ ਕਹਿੰਦੇ ਨੇ ਜਾਣਦਾ ਕੁਛ ਵੀ ਨਹੀਂ, ਉਹ ਮਾਲਕ ਆਪ ਜਾਣਦਾ। ਪਾਤਸ਼ਾਹ ਤੁਸੀਂ ਤੇ ਬੜੇ ਗਿਆਨਵਾਨ, ਸਰਬ ਕਲਾ ਸਮਰੱਥ ਹੋ, ਤੁਸੀਂ ਤੇ ਜਾਣਦੇ ਹੋਵੋਗੇ ਸ੍ਰਿਸ਼ਟੀ ਕਿਵੇਂ ਬਣੀ। ਕਹਿੰਦੇ ਨੇ ਨਹੀਂ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਏ। ਆਪਾਂ ਇਸ ਰਾਏ ਪਈਏ ਨਾ। ਭਾਈ ਵੀਰ ਸਿੰਘ ਹੋਰਾਂ ਬੜਾ ਸੁੰਦਰ ਕਿਹਾ, ਕਹਿੰਦਾ ਇਸ ਚੱਕਰ 'ਚ ਪੈ ਗਿਆ ਨਾ ਤੇ ਪਰੇਸ਼ਾਨ ਹੀ, ਕਿਤੇ ਪਾਗਲ ਹੋ ਕੇ ਨਾ ਮਰੀ। ਕਹਿੰਦੇ ਨੇ ਕਿਉਂ ਹੋਇਆ ਇਹ ਸ੍ਰਿਸ਼ਟੀ, ਕਿਉਂ ਹੋਈ, ਬਣਾਈ ਕਿਉਂ ਗਈ, ਕਿਉਂ ਹੋਇਆ ਤੇ ਕਿਕੂ ਹੋਇਆ, ਕਿਵੇਂ ਬਣਿਆ? ਖੱਪ ਖੱਪ ਮਰੇ ਸਿਆਣੇ, ਖੱਪ ਖੱਪ ਕੇ ਮਰ ਗਏ, ਅੱਜ ਤੱਕ ਪਤਾ ਨਹੀਂ ਲੱਗਾ ਕਿਉਂ ਹੋਇਆ ਤੇ ਕਿਕੂ ਹੋਇਆ। ਖੱਪ ਖੱਪ ਮਰੇ ਸਿਆਣੇ, ਉਸੇ ਰਾਹ ਪਵੇਂ ਕਿਉਂ ਜਿੰਦੇ ਜਿਸ ਰਾਹ ਪੂਰ ਮੁਹਾਣੇ।
ਪੂਰਾਂ ਦੇ ਪੂਰ ਡੁੱਬ ਗਏ ਜਿਸ ਰਸਤੇ, ਉਸ ਰਸਤੇ ਕਿਉਂ ਪੈਣੀ ਇਹ ਮੇਰੀ ਜਿੰਦ। ਭਟਕਣ ਛੱਡ ਲਟਕ ਲਾ ਇੱਕੋ, ਕਿਵੇਂ ਹੋਇਆ ਉਹ ਜਾਣੇ, ਤੂੰ ਵੇਖ ਕੇ ਵਾਹ ਵਾਹ ਖਾ। ਤੇਰਾ ਕੰਮ ਹੈ ਵਾਹਿਗੁਰੂ 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 ਇਹ ਕਰ। ਕਹਿੰਦੇ ਨੇ ਭਟਕਣ ਛੱਡ ਲਟਕ ਲਾ ਇੱਕੋ, ਖੀਵੀ ਹੋ ਸੁਖ ਮਾਣੀ, ਖੀਵੀ ਹੋ ਕੇ ਆਨੰਦ ਮਾਣ। ਮਸਤ ਹੋ ਜਾ ਖੀਵੀ ਹੋ ਸੁਖ ਮਾਣੇ, ਓਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਮਸਤੀ ਟਿਕਾਣੇ ਰੱਖ ਦਈਏ ਵਾਹ ਮਾਲਕ ਵਾਹ, ਤੂੰ ਧਨ ਹੈ ਤੈਨੂੰ ਵਾਹ ਵਾਹ ਆਖੀਏ। ਹੋਰ ਸਾਡੇ ਕੋਲ ਕੋਈ ਸ਼ਬਦ ਨਹੀਂ। ਅਸਲ ਵਿੱਚ ਕਿਸੇ ਗੱਲ ਨੂੰ ਸੁਣ ਕੇ ਵੇਖ ਕੇ ਤੇ ਸ਼ਬਦ ਮੁੱਕ ਜਾਣ ਨਾ, ਅਚਰਜ ਹੋ ਕੇ ਤੇ ਬੰਦੇ ਦੇ ਮੂੰਹ ਵਸਬਾਤ ਚ ਨਿਕਲੇ ਵਾਹ। ਇਹ ਵਾਹ ਦੀ ਮਹਿਮਾ ਇੰਨੀ ਲਿਖੀ ਹੋਈ ਹੈ। ਮੈਂ ਪੁਰਾਤਨ ਸਨਾਤਨ ਨੂੰ ਮੈਂ ਪੜ੍ਹਦਾ, ਵਾਹ ਦੀ ਮਹਿਮਾ ਉੱਥੇ ਵੀ ਇੰਨੀ ਲਿਖੀ ਹੈ ਕਿ ਕਮਾਲ। ਦੋ ਸਾਧੂ ਤਪ ਕਰਦੇ ਪਏ ਨੇ, ਇੱਕ ਦਾ ਤਪ ਹੈ ਕੀਰਤਨ ਤੇ ਦੂਸਰੇ ਦਾ ਤਪ ਹੈ ਭੁੱਖੇ ਰਹਿਣਾ, ਪੁੱਠੇ ਲਟਕਣਾ, ਧੂਣੀਆਂ ਤਪਾਉਣੀਆਂ। ਤੇ ਨਾਰਦ ਚੱਲੇ ਬੈਕੁੰਠ ਨੂੰ, ਕਹਿਣ ਲੱਗਾ ਮੇਰਾ ਵੀ ਪੁੱਛ ਆਈ, ਕਦੋਂ ਦਰਸ਼ਨ ਹੋਣਗੇ? ਕਹਿਣ ਲੱਗਾ ਪੁੱਛ ਆਵਾਂਗਾ। ਦੂਸਰੇ ਨੂੰ ਕੋਲ ਗਿਆ, ਉਹ ਕੀਰਤਨ ਕਰੀ ਜਾ ਰਹੇ ਆ ਤੇ ਵਾਹ ਵਾਹ ਕਰੀ ਜਾ ਰਹੇ ਆ। ਕਹਿਣ ਲੱਗਾ ਤੂੰ ਨਹੀਂ ਪੁੱਛਣਾ? ਕਹਿਣ ਲੱਗਾ ਮੈਨੂੰ ਲੋੜ ਤੇ ਕੋਈ ਨਹੀਂ, ਆਨੰਦ ਬਣਿਆ, ਪਰ ਤੇਰੀ ਮਰਜ਼ੀ ਪੁੱਛਣਾ ਤੇ ਪੁੱਛ ਆਈ। ਆਇਆ, ਪਹਿਲੇ ਨੂੰ ਕਿਹਾ ਆ ਰੁੱਖ ਵੇਖ ਜਿਸ ਤੇ ਥੱਲੇ ਬੈਠਾ, ਇਹਦੇ ਜਿੰਨੇ ਪੱਤੇ ਨੇ ਇੰਨੇ ਜਨਮ ਤਪ ਕਰੇਗਾ ਤੇ ਤਾਂ ਮਿਲੇਗਾ। ਇੰਨਾ ਗੁੱਸੇ 'ਚ ਆਇਆ, ਉਹਨੇ ਕਮੰਡਲ ਪਾਣੀ ਦਾ ਧੂਣੀ 'ਚ ਪਾਇਆ, ਕਮੰਡਲ ਸੁੱਟਿਆ, ਆਸਣ ਸੁੱਟਿਆ। ਕਹਿਣ ਲੱਗਾ ਉਹਨੇ ਮਿਲਣਾ ਹੀ ਨਹੀਂ, ਨਹੀਂ ਮਿਲਣਾ ਤੇ ਨਾ ਸਹੀ। ਇੰਨੇ ਰੁੱਖ ਦੇ ਪੱਤੇ ਇੰਨੇ ਜਨਮ ਤਪ ਕਰੋ। ਦੂਸਰੇ ਕੋਲ ਗਿਆ, ਉਸ ਨੂੰ ਵੀ ਕਿਹਾ ਰੁੱਖ ਦੇ ਪੱਤੇ ਗਿਣ ਲੈ, ਇੰਨੇ ਜਨਮ ਕੀਰਤਨ ਕਰੇਗਾ ਤਾਂ ਮਿਲੇਗਾ। ਉਹ ਤੇ ਨੱਚ ਉੱਠਿਆ, ਕਹਿੰਦਾ ਵਾਹ ਵਾਹ, ਇੰਨਾ ਖੁੱਲਾ ਟਾਈਮ ਮੈਨੂੰ ਦੇ ਦਿੱਤਾ। ਟਾਈਮ ਥੋੜਾ ਥੋੜਾ ਦਿੰਦੇ ਨੇ, ਤੂੰ ਘੰਟਾ ਕੀਰਤਨ ਕਰ ਲੈ, ਤੂੰ ਅੱਧਾ ਘੰਟਾ, ਖੁੱਲੇ ਟਾਈਮ ਮਿਲ ਗਏ, ਮਿਲਿਆ ਹੀ ਪਿਆ। ਕਹਿੰਦੇ ਨੇ ਪ੍ਰਮਾਤਮਾ ਨੇ ਉਸੇ ਵੇਲੇ ਗੱਲ ਨਾਲ ਲਾ ਲਏ। ਇਹ ਮੈਂ ਪੜ੍ਹਿਆ, ਵਾਕਿਆ ਹੀ ਸਾਡੇ ਮੂੰਹੋਂ ਕਦੀ ਵਾਹ ਨਿਕਲ ਜਾਏ ਨਹੀਂ। ਮੈਂ ਠੀਕ ਪਾਠ ਕਰਨਾ, ਦੂਜਾ ਗਲਤ ਕਰਦਾ। ਮੈਂ ਠੀਕ ਕੀਰਤਨ ਕਰਨਾ, ਦੂਸਰਾ ਗਲਤ ਕਰਦਾ। ਮੈਂ ਅਰਥ ਚੰਗੇ ਕਰਨਾ, ਦੂਸਰੇ ਗਲਤ ਕਰਦਾ। ਕਦੀ ਵਾਹ ਤੇ ਮੂੰਹੋਂ ਨਿਕਲਦਾ ਨਹੀਂ। ਮੈਂ ਕੁਛ ਵੀ ਨਹੀਂ ਜਾਣਦਾ। ਧੰਨ ਗੁਰੂ ਨਾਨਕ ਦੇਵ ਨਾ ਹੋ ਜਤੇ ਸਤੇ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ ਤੇ ਕਰਨਾ ਕੀਆਂ। ਪ੍ਰਣੁਤ ਨਾਨਕ ਤਿੰਨ ਕੀ ਸ਼ਰਨਾ, ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ ਜਿਨ ਤੂੰ ਨਾਹੀਂ ਵਿਸਰਿਆ, ਜਿਨ੍ਹਾਂ ਨੂੰ ਤੂੰ ਭੁੱਲਿਆ ਨਹੀਂ। ਮੂੰਹੋਂ ਨਿਕਲ ਜਾਏ ਵਾਹ। ਸਤਿਗੁਰੂ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵਾਹ ਖਸਮ ਤੂੰ ਵਾਹ, ਤੂੰ ਵਾਹ ਹੈ, ਹੋਰ ਮੇਰੇ ਕੋਲ ਸ਼ਬਦ ਕੋਈ ਨਹੀਂ। ਮੈਂ ਤੇਰੇ ਵਾਸਤੇ ਕੀ ਆਖਾਂ, ਤੂੰ ਕਿੱਡਾ ਵੱਡਾ ਹੈ, ਤੂੰ ਕੀ ਕੀ ਕਰ ਦੇਣਾ ਉਹ ਤੂੰ ਆਪ ਜਾਣਦਾ ਕਿ ਤੂੰ ਕੀ ਕਰਦਾ ਹੈ। ਇਹਨੇ ਜੀਵ ਜੰਤ ਬਣਾਏ, ਇੱਕ ਨਾਲ ਦੂਸਰੇ ਦਾ ਚਿਹਰਾ ਨਹੀਂ ਰਲਦਾ। ਵਾਹ ਉਹਨੂੰ ਕਿਉਂ ਕਿਹਾ? ਸਕੇ ਭਰਾ ਨੇ ਚਿਹਰੇ ਵੱਖ ਵੱਖ ਨੇ, ਕਿੰਨੇ ਸੰਸਾਰ ਤੇ ਬੰਦੇ ਨੇ ਆਵਾਜ਼ਾਂ ਵੱਖ ਵੱਖ ਨੇ। ਤੁਸੀਂ ਆਵਾਜ਼ ਤੋਂ ਪਛਾਣ ਲੈਂਦੇ ਹੋ, ਇੱਕ ਨਾਲ ਦੂਸਰੇ ਦੀ ਆਵਾਜ਼ ਨਹੀਂ ਰਲਦੀ। ਔਰ ਹੋਰ ਬੇਨਤੀ ਕਰਾਂ, ਫਿੰਗਰ ਪ੍ਰਿੰਟ ਵੀ ਨਹੀਂ ਰਲਦੇ। ਅੰਗੂਠੇ ਦਾ ਨਿਸ਼ਾਨ ਕਿਉਂ ਪਛਾਣਿਆ ਜਾਂਦਾ? ਕਿੰਨੇ ਜੀਵ ਬਣਾਏ, ਫਿਰ ਜੀਵ ਨਿਰੇ ਬਾਹਰ ਹੀ ਨਹੀਂ ਬਣਾਏ, ਪਾਣੀ 'ਚ ਵੀ ਬਣਾਏ। ਧੰਨ ਨੇ ਉਹ ਜਿਨ੍ਹਾਂ ਦੇ ਮੂੰਹ ਵਾਹ ਨਿਕਲਿਆ। ਭਗਤ ਨਾਮਦੇਵ ਪਾਣੀ ਲੈਣ ਗਏ ਕਿ ਠਾਕਰ ਨੂੰ ਇਸ਼ਨਾਨ ਕਰਵਾਵਾਂ, ਮੂੰਹ ਵਾਹ ਨਿਕਲ ਗਿਆ। ਕਹਿਣ ਲੱਗਾ ਵਾਹ ਤੂੰ ਤੇ ਆਪ ਹੀ ਇਸ਼ਨਾਨ ਕਰ ਰਿਹਾ। ਮੱਛੀਆਂ ਵਿੱਚੋਂ ਮਾਲਕ ਦੇ ਦਰਸ਼ਨ ਹੋ ਗਏ, ਵੱਛੇ ਵਿੱਚੋਂ ਪ੍ਰਮਾਤਮਾ ਦੇ ਦੀਦਾਰ ਹੋ ਗਏ। ਭੋਗ ਤੇ ਲਾ ਗਏ ਆ, ਤੂੰ ਤੇ ਦੁੱਧ ਪਹਿਲੇ ਹੀ ਚੁੰਗਣਾ ਪਏ ਹੈ। ਫੁੱਲਾਂ ਵਿੱਚੋਂ ਭਵਰੇ ਵਿੱਚੋਂ ਪ੍ਰਮਾਤਮਾ ਦੇ ਦੀਦਾਰ ਹੋ ਗਏ। ਕਹਿੰਦੇ ਨੇ ਇਹ ਬੈ ਬੀਠਲ ਉਹ ਬੈ ਬੀਠਲ
ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਾਮਾ ਪ੍ਰਣਮੈ, ਪੂਰ ਰਹਿਓ ਤੂੰ ਸਰਮ ਮੋਹਿ। ਭਗਤਾਂ ਦੇ ਮੂੰਹੋਂ ਨਿਕਲਿਆ ਵਾਹ। ਸਾਹਿਬ ਕਹਿੰਦੇ ਨੇ ਵਾਹ, ਇਹ ਰਚਨਾ ਰਚੀ, ਤੇਰੀ ਰਚਨਾ। ਰਚਨਾ ਦੀ ਸਮਝ ਨਹੀਂ ਆਉਂਦੀ। ਤੇਰੀ ਰਚਨਾ ਵੀ ਬੇਅੰਤ ਹੈ, ਤੂੰ ਵੀ ਬੇਅੰਤ ਹੈ। ਇੱਥੇ ਜੀਵ ਜਨਤਾ ਨੂੰ ਵੇਖਨੇ ਆ, ਹੈਰਾਨ ਹੋ ਜਾਂਦੇ ਆ। केते इंद चंद सूर केते, केते मंडल देश, केते सिद्ध बुद्ध नाथ, केते केते देवी वेश, केते देव दानव मुन, केते केते रतन समुंद, केतिया खानी। चार ही नहीं, केतिया खानी, केतिया बाणी, केते पात निंद होर कहते ने। फिर इन्हां दी संभाल भी करना, बना ही नहीं दिते। कहते ने तू उन्हां दी संभाल भी करना, चिंता भी उन्हां दी आप करना। वाह खसम तू वाह, जिन रच रचना रचना रची और विच सानू नमाणियां नू भी बना दिता। साडी रचना भी हो गई, असी भी विच आ गए। जिन रच रचना हम किए। सागर लहर समुंद सार, ਵੇਲ ਵਾਰਸ ਵਰਾਹੋ। ਕਹਿੰਦੇ ਨੇ ਆਪ ਹੀ ਤੂੰ ਲਹਿਰ ਹੈ, ਆਪ ਹੀ ਸਮੁੰਦਰ ਹੈ, ਆਪ ਹੀ ਸਰੋਵਰ ਹੈ, ਆਪ ਹੀ ਲਹਿਰ ਹੈ, ਆਪ ਹੀ ਬੱਦਲ ਹੈ ਤੇ ਆਪ ਹੀ ਵਰਸਣਾ। ਹੁਣ ਇੱਕ ਅੰਦਾਜ਼ਾ ਲਾਓ, ਵੇਲਾਂ ਤੇ ਬਣਾ ਦਿੱਤੀਆਂ ਉਸਨੇ। ਹੁਣ ਵੇਲਾਂ ਨੂੰ ਪਾਣੀ ਦੇਣਾ। ਪਹਿਲੇ ਅੱਜ ਵਾਲੀ ਗੱਲ ਨਹੀਂ ਕਿ ਕਿਆਰੇ ਬਣਾ ਦਿੱਤੇ, ਨਹਿਰਾਂ ਨਿਕਲ ਗਈਆਂ, ਆਡਾਂ ਖਾਲ ਬਣਾ ਦਿੱਤੇ, ਪਾਣੀ ਪਹੁੰਚਾ ਦਿੱਤਾ। ਜਿੱਥੇ ਬੰਦਾ ਹੀ ਕੋਈ ਨਹੀਂ, ਵੇਲਾਂ ਉਸਨੇ ਬਣਾਈਆਂ, ਉਸਨੇ ਪਾਲਣੀਆਂ ਨੇ। ਤੇ ਉਸਨੇ ਕੀ ਕੀਤਾ? ਇੱਕ ਮਹਾਨ ਕਵੀ ਸਾਡੇ ਦੇਸ਼ ਵਿੱਚ ਉਹਦਾ ਗ੍ਰੰਥ ਪੂਜਿਆ ਗਿਆ, ਰਮਾਇਣ। ਘਰ ਘਰ ਪੜ੍ਹਿਆ ਜਾਂਦਾ, ਹਰ ਸਾਲ ਉਹਦੀ ਕਥਾ ਹੁੰਦੀ ਹੈ। ਵੀਰ ਸੁਣਦੇ ਨੇ ਉਹ ਕਵੀ ਕਿਵੇਂ ਬਣ ਗਿਆ। ਮੰਡਲੇਸ਼ਵਰ ਕਿਤੇ ਗਿਆ ਬਾਹਰ ਤੇ ਕਹਿਣ ਲੱਗਾ ਆ ਬੂਟਿਆਂ ਨੂੰ ਪਾਣੀ ਪਾਈ। ਪਾਣੀ ਵਿਚਾਰਾ ਬੱਚਾ ਪਾਉਂਦਾ ਰਿਹਾ, ਪਰ ਆਉਂਦਿਆਂ ਨੂੰ ਬੂਟੇ ਸੁੱਕ ਗਏ। ਜਦੋਂ ਸੁੱਕ ਗਏ ਤੇ ਉਹਨੇ ਮੂੰਹ ਤੇ ਥੱਪੜ ਮਾਰ ਦਿੱਤਾ, ਕਹਿਣ ਲੱਗਾ ਪਾਣੀ ਨਹੀਂ ਪਾਇਆ, ਬੂਟੇ ਸੁੱਕ ਗਏ। ਤੇ ਅੰਦਰੋਂ ਇੱਕ ਦੋਹਰਾ ਨਿਕਲਿਆ। ਕਹਿਣ ਲੱਗਾ ਗੁਰੂ ਜੀ ਇੱਕ ਗੱਲ ਮੈਨੂੰ ਦੱਸੋ ਕਿ ਇਹ ਤੇ ਤੁਲਸੀ ਬਿਰਵਾ ਬਾਗ ਕਾ ਸੀਂਚਤ ਹੀ ਕਮਲਾਏ। ਬਾਗਾਂ ਦੇ ਬੂਟੇ ਪਾਣੀ ਦਿੰਦਿਆਂ ਵੀ ਕੁਮਲਾ ਗਏ, ਇਹ ਸੁੱਕ ਗਏ। ਜੰਗਲ 'ਚ ਕੌਣ ਪਾਣੀ ਪਾਉਂਦਾ? ਇੰਨੇ ਹਰੇ ਕਿਵੇਂ ਰਹਿ ਗਏ? ਰਾਮ ਭਰੋਸੇ ਜੋ ਰਹੇ, ਪਰਬਤ ਪਰ ਬਣੀ ਅਬ ਹਰੀ ਆਏ। ਵਾਕਿਆ ਹੀ ਕੌਣ ਪਾਉਂਦਾ ਉਹਨਾਂ ਨੂੰ ਪਾਣੀ? ਕੌਣ ਉਹਨਾਂ ਦਾ ਧਿਆਨ ਰੱਖਦਾ? ਹੁਣ ਅੰਦਾਜ਼ਾ ਲਾਓ, ਉਸਨੇ ਸਮੁੰਦਰ ਬਣਾਇਆ ਤੇ ਸੂਰਜ ਨੂੰ ਆਗਿਆ ਕੀਤੀ ਉਡਾ, ਬੁਖਾਰਾਤ ਬਣ ਕੇ ਪਾਣੀ ਉੱਡੇ। ਤੇ ਜੇ ਪਾਣੀ ਉੱਪਰ ਹੀ ਉੱਡਦਾ ਰਹਿੰਦਾ, ਵਰਸਦਾ ਹੀ ਨਾ, ਤੇ ਵੇਲਾਂ ਹਰੀਆਂ ਕਿਵੇਂ ਹੁੰਦੀਆਂ? ਨਹੀਂ, ਬੱਦਲ ਨੂੰ ਹੁਕਮ ਕੀਤਾ ਚੱਲ ਬਰਸ। ਮੀਂਹ ਪਿਆ, ਪਰਮੇਸ਼ਰ ਭਾਇਆ, ਜੀ ਜੰਤ ਸਭ ਸੁਖੀ ਵਸਾਇਆ। ਉਹਨੂੰ ਕਿਹਾ ਵਰਸ ਜਾ, ਬਿਨਾਂ ਵਿਤਕਰੇ ਤੋਂ ਵਰਸ ਜਾ। ਤੂੰ ਆਪ ਹੀ ਸਾਗਰ ਬਣਾਏ, ਆਪ ਹੀ ਲਹਿਰਾਂ ਬਣਾਈਆਂ। ਸਾਗਰ, ਲਹਿਰ, ਸਮੁੰਦ, ਸਰ ਸਰ ਸਰੋਵਰ, ਵੇਲ ਵੇਲਾਂ ਬਣਾਈਆਂ। ਵਰਸ ਦਾ ਅਰਥ ਹੁੰਦਾ ਵਰਸਣਾ, ਬੱਦਲ ਦਾ ਪੈ ਜਾਣਾ। ਵਰਾ ਬੱਦਲ, ਬੱਦਲ ਵੀ ਆਪ ਬਣਾਇਆ, ਉਹਦਾ ਬਰਸਣਾ ਵੀ ਆਪ ਬਣਾਇਆ, ਵੇਲਾਂ ਵੀ ਬਣਾਈਆਂ, ਉਹਨਾਂ ਨੂੰ ਪਾਣੀ ਦੇਣ ਦਾ ਪ੍ਰਬੰਧ ਕੀਤਾ। ਇੱਕ ਗੱਲ ਹੋਰ, ਕੁਛ ਤੇ ਐਸੇ ਨੇ ਆਪਣੇ ਰਿਜ਼ਕ ਦੀ ਤਲਾਸ਼ ਆਪ ਕਰਦੇ ਨੇ। ਪੰਛੀ ਉੱਡਦੇ ਨੇ, ਦਾਣੇ ਚੁਗਦੇ ਨੇ। ਬੰਦਾ ਜਾਂਦਾ ਵਿਦੇਸ਼ਾਂ ਤੱਕ ਰਿਜ਼ਕ ਦੀ ਤਲਾਸ਼ ਕਰਨ ਵਾਸਤੇ। ਅਮਰੀਕਾ ਲੋਕ ਕਿਸ ਲਈ ਜਾ ਰਹੇ? ਰੋਟੀਆਂ ਵਾਸਤੇ ਹੀ। ਰਿਜ਼ਕ ਦੀ ਤਲਾਸ਼ ਕਰਨ ਵਾਸਤੇ ਦੂਰ ਦੂਰ ਫਿਰਦਾ। ਪਰ ਜਿਹੜੇ ਕਿਤੇ ਜਾ ਹੀ ਨਹੀਂ ਸਕਦੇ, ਰੁੱਖ ਤੇ ਜਾ ਹੀ ਨਹੀਂ ਸਕਦੇ। ਹੁਣ ਰੁੱਖ ਵਿਚਾਰਾ ਅਮਰੀਕਾ ਕਿਵੇਂ ਜਾਏ? ਉਹ ਤੇ ਉੱਥੇ ਹੀ ਉਡੀਕੇਗਾ ਕਿ ਰੱਬ ਉਸ ਨੂੰ ਪ੍ਰਮਾਤਮਾ ਦੀ ਆਸ ਆ। ਬੈਠੇ ਨੇ ਜੀਵ ਜੰਤ,
ਸਾਹਿਬ ਜੀ ਕਹਿੰਦੇ ਨੇ ਉਹ ਰਿਜ਼ਕ ਨਿਰਾ ਦਿੰਦਾ ਨਹੀਂ, ਆਪਣਾ ਵੀ ਦਿੰਦਾ। ਸਿਰ ਸਿਰ ਰਿਜ਼ਕ ਸੰਭਾਵ ਹੈ। ਸੰਭਾਵੇ ਦਾ ਅਰਥ ਕੀ ਹੁੰਦਾ? ਪਹੁੰਚਾ ਦੇਣਾ। ਜਿੱਥੇ ਬੈਠਾ ਉੱਥੇ ਹੀ ਉਹਦੇ ਮੂੰਹ ਵਿੱਚ ਪਾ ਦੇਣਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਕਹਿੰਦੇ ਨੇ ਵੇਲਾਂ ਨੂੰ ਪਾਣੀ ਦੇਣ ਵਾਸਤੇ, ਹਰੀਆਂ ਰੱਖਣ ਵਾਸਤੇ ਤੂੰ ਬੱਦਲ ਵੀ ਆਪ ਹੀ ਹੈ, ਤੂੰ ਵਰਸਦਾ ਵੀ ਆਪ ਹੈ। ਹਾਂਜੀ, ਆਪ ਖੜੋ ਵਹੇ ਆਪ ਕਰ, ਆਪੀਣੈ ਆਪਾਹੋ। ਆਪਣਾ ਆਪਾ ਇਹ ਕੀਤਾ, ਇਹ ਆਪਣਾ ਆਪਾ ਬਣਾ ਕੇ ਵਿੱਚ ਆਪ ਹੀ ਖਲੋਤਾ ਹੋਇਆ। ਆਪੇ ਨੇ ਆਪੇ ਹੀ ਆਪ ਆਪਾ। ਪਰ ਇੱਕ ਗੱਲ ਹੈ ਕਿ ਵਿੱਚ ਹੁੰਦਾ ਵੀ ਨਿਰਾਲਾ ਹੈ, ਤੈਨੂੰ ਪਾਹ ਨਹੀਂ, ਤੈਨੂੰ ਕੋਈ ਲਾਸ਼ਣ ਨਹੀਂ। ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆ, ਮਲੈ ਨ ਲਾਸ਼ੇ ਪਾਰ ਮਲੋ ਪਰ ਮਲਿਓ ਬੈਠੋਰੀ ਆਈ। ਆਵਤ ਕਿਨੇ ਨਾ ਪੇਖਿਆ ਕਮਣੇ ਜਾਣੇ ਰੀ ਬਾਈ। ਜਿਉਂ ਜਲ ਮਾਝੇ ਮਾਝਲੋ ਜਨ ਜਲ ਜਿਉਂ ਜਲ ਮਾਝੇ ਮਾਛਲੋ ਮਾਰਗ ਪੇਖਣੋ ਨਾ ਜਾਈ। ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ। ਆਕਾਸ਼ ਵਿੱਚੋਂ ਪੰਖੀ ਨਿਕਲ ਗਿਆ, ਕੋਈ ਖੋਜ ਨਹੀਂ ਮਿਲਦੀ। ਜਲ 'ਚੋਂ ਮੱਛੀ ਚਲੀ ਗਈ, ਮਗਰ ਕੁਛ ਨਹੀਂ ਬਚਦਾ ਕਿ ਕਿੱਥੋਂ ਗਈ, ਕੋਈ ਰਸਤਾ ਬਣਦਾ। ਆਪਾ ਤੈਨੂੰ ਕੋਈ ਪਾਹ ਨਹੀਂ ਲੱਗਦੀ, ਤੈਨੂੰ ਕੋਈ ਲਾਸ਼ਣ ਨਹੀਂ, ਵਿੱਚ ਰਹਿਣਾ। ਲੇਕਿਨ ਨਿਰਾਲਾ ਜਿਵੇਂ ਕਿਹਾ, ਪੋਹ ਮਦ ਜਿਉਂ ਬਾਸ ਬਸਤ ਹੈ, ਮੁਕਰ ਮਹ ਜੈਸੇ ਛਾਏ। ਸ਼ੀਸ਼ੇ ਦੇ ਵਿੱਚ ਪਰਛਾਵਾਂ ਦਿਸਦਾ, ਲੇਕਿਨ ਪਾਸੇ ਹੋਈਏ ਪਰਛਾਵਾਂ ਗਿਆ। ਤੂੰ ਵਿੱਚ ਵੀ ਹੈ, ਤੂੰ ਨਿਰਾਲਾ ਵੀ ਹੈ। ਹਾਂਜੀ, ਗੁਰਮੁਖ ਸੇਵਾ ਥਾਈ ਪਵੈ, ਉਨ ਮਨ ਤਤ ਕਮਾਹੋ। ਗੁਰੂ ਦੀ ਸ਼ਰਨ ਪੈ ਕੇ ਜਿਹੜੀ ਸੇਵਾ ਕੀਤੀ ਜਾਏ ਉਹ ਥਾਏ ਪੈਂਦੀ ਹੈ। ਦੋ ਅਵਸਥਾ ਨੇ ਮਨ ਦੀਆਂ, ਇਨ ਮਨ ਉਨ ਮਨ। ਇਨ ਮਨ ਨੀਵੀਂ ਅਵਸਥਾ, ਉਹ ਸਵਾਰਥੀ ਹੈ, ਲੋਭ ਲਾਲਚ ਦੀ ਅਵਸਥਾ ਹੈ, ਸਿਰਫ ਪਰਿਵਾਰ ਤੱਕ ਹੀ ਹੈ, ਆਪਣੇ ਤੱਕ ਹੈ। ਤੇ ਜਿਹੜੀ ਉਨਮਨੀ ਅਵਸਥਾ, ਇਹ ਤੇ ਉੱਚੀ ਹੈ, ਜਿਸ ਨੂੰ ਕਹਿੰਦੇ ਆ ਦਸਮ ਦੁਆਰ ਵਿੱਚ ਵਿਚਰਦਾ ਪਿਆ, ਜਿਸ ਨੂੰ ਕਹਿੰਦੇ ਹਾਂ ਅਕਾਲ ਪੁਰਖ ਨਾਲ ਜੁੜਿਆ ਹੋਇਆ। ਤਤ, ਤਤ ਬਹੁ ਸ਼ਬਦ ਹੈ। ਤਤ ਦਾ ਅਰਥ ਹੈ ਪ੍ਰਮਾਤਮਾ, ਤਤ ਦਾ ਅਰਥ ਹੈ ਨਾਮ। ਇਹ ਨਾਮ ਦੀ ਕਮਾਈ ਕਹਿੰਦੇ ਨੇ, ਇਹ ਕਮਾਈ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਕਰਦਾ ਹੈ। ਹਾਂਜੀ, ਮਸਕਤ ਲਾਹੋ ਮਜੂਰੀਆ, ਮੰਗ ਮੰਗ ਖਸਮ ਦਰਾਹੋ। ਹੁਣ ਇਹ ਬਚਨ ਕਮਾਲ ਆਇਆ। ਅਸੀਂ ਕੰਮਕਾਰ ਕਰਨੇ ਆ ਨਾ, ਤੇ ਉੱਥੇ ਤੇ ਤੈਅ ਕਰਨੇ ਆ ਕਿ ਦਿਹਾੜੀ ਲਾਵਾਂਗਾ, ਇੰਨੇ ਵਜੇ ਸ਼ੁਰੂ ਹੋਵਾਂਗਾ, ਇੰਨੇ ਵਜੇ ਤੇ ਮੈਨੂੰ ਦਿਹਾੜੀ ਕੀ ਮਿਲੇਗੀ ਤੈਅ। ਪਹਿਲੇ ਘੰਟਾ ਕੰਮ ਕਰਾਂਗਾ, ਕੀ ਮਿਲੇਗਾ? ਤੇ ਜੇਕਰ ਨਾਮ ਜਪੀਏ ਨਾ, ਵਾਹਿਗੁਰੂ 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 ਘੰਟਾ, ਤੇ ਇਹ ਹੀ ਸੋਚਨੇ ਆ ਬਹੁਤਿਆਂ ਦਾ ਤੇ ਇਹ ਹੀ ਹੈ ਕਿ ਮਿਲਣਾ ਕੁਛ ਨਹੀਂ, ਇਹ ਤੇ ਬਸ ਰੱਬ ਲੇਖਿਆ ਹੀ ਹੈ, ਇਹ ਬੈਠ ਕੇ ਜਪ ਲਓ। ਕਹਿੰਦੇ ਨੇ ਪਤਾ ਨਹੀਂ ਕੁਛ ਰੱਬ ਹੈ ਵੀ ਹੈ ਕਿ ਨਹੀਂ, ਸ਼ੱਕ ਵੀ ਹੈ ਬਹੁਤਿਆਂ ਨੂੰ। ਤੇ ਜੇ ਵੇਖੋ ਵੇਖੀ ਕਰ ਵੀ ਦਿੱਤਾ, ਪਰ ਜਿਹੜੇ ਕਮਾਈ ਕਰਦੇ ਨੇ ਉਹ ਕਹਿੰਦੇ ਨੇ ਸਤਿਗੁਰੂ ਨਾਨਕ ਦੇਵ ਤੁਸੀਂ ਧੰਨ ਹੋ। ਕਹਿੰਦੇ ਨੇ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਖਾਲ, ਇਹਦੀ ਮਜ਼ਦੂਰੀ ਵੀ ਮਿਲਦੀ ਹੈ। ਮੰਗ ਕੇ ਲਓ ਮਾਲਕ ਦੇ ਦਰ ਤੋਂ। ਹੁਣ ਮੈਂ ਪ੍ਰਮਾਣ ਕੁਛ ਦੇ ਆ, ਮੰਗਣਾ ਮਾੜਾ ਨਹੀਂ, ਪਰ ਦਰ ਦਰ ਮੰਗਣਾ ਮਾੜਾ। ਇੱਕ ਕੋਲੋਂ ਮੰਗਣਾ ਮਾੜਾ ਨਹੀਂ, ਦਰ ਵਾਟ ਉੱਪਰ ਖਰਚ ਮੰਗਾ। ਰੱਬ ਦੇ ਰਾਹ ਤੇ ਉਹਨਾਂ ਨੇ ਰੱਬ ਕੋਲੋਂ ਹੀ ਖਰਚ ਮੰਗਿਆ। ਆਖ ਹੈ ਮੰਗ ਹੈ, ਦੇ ਦੇ ਦਾਤ ਕਰੇ ਦਾਤਾਰ। ਕਹਿੰਦੇ ਨੇ ਮੰਗਦੇ, ਦੇ ਸਾਡੀ ਮਜ਼ਦੂਰੀ। ਮੰਗ ਮੰਗ ਖਸਮ ਦਰਾਹੋ, ਮਾਲਕ ਦੇ ਦਰ ਤੋਂ ਮੰਗ ਕੇ ਮਜ਼ਦੂਰੀ ਲਓ। ਕਹਿੰਦੇ ਨੇ ਹੋਰ ਕਿਸੇ ਕੋਲੋਂ ਨਾ ਮੰਗੋ, ਦਰ ਵਾਟ ਉੱਪਰ ਖਰਚ ਮੰਗਾ, ਜਬੇ ਦੇ ਤਾਂ ਖਾਏ। ਉਹ ਹੋਰ ਕਿਸੇ ਦਾ ਦਿੱਤਾ ਨਹੀਂ, ਰੱਬ ਦਾ ਦਿੱਤਾ ਖਾਂਦੇ ਨੇ। ਤੇ ਪ੍ਰਮਾਤਮਾ ਵੀ ਐਸਾ ਹੈ, ਮਾਲਕ ਉਹ ਦਿੰਦਾ। ਉਹ ਤੇ ਜਿਹੜੇ ਮੰਨਦੇ ਨੇ ਉਹਨਾਂ ਨੂੰ ਵੀ ਦਿੰਦਾ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਦਿੰਦਾ।
ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਦਿੰਦਾ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਦਿੰਦਾ। ਇੱਥੇ ਹੁਣ ਇੱਕ ਸ਼ੱਕ ਨਾ ਪੈ ਜਾਏ, ਕਿਉਂਕਿ ਕਈ ਸੱਜਣ ਸ਼ੰਕਾ ਕਰਦੇ ਨੇ ਜੇ ਗਿਆਨੀ ਜੀ ਰੱਬ ਹੀ ਦਿੰਦਾ, ਪ੍ਰਮਾਤਮਾ ਹੀ ਦਿੰਦਾ, ਰੋਜ਼ ਪੜ੍ਹਦੇ ਹੋ ਰਹਿ ਰਾਸ ਵਿੱਚ, ਸਿਰ ਸਿਰ ਰਿਜ਼ਕ ਸੰਭਾਏ ਠਾਕਰ ਕਾਹੇ ਮਨ ਭੋ ਕਰਿਆ, ਪਰ ਸਾਨੂੰ ਕੁਛ ਕਰਨ ਦੀ ਲੋੜ ਹੀ ਕੀ ਹੈ, ਆਪੇ ਦੇ ਜਾਏਗਾ। ਪਰ ਇੱਥੇ ਨਾਲ ਇੱਕ ਗੱਲ ਹੋਰ ਕਹੀ ਹੈ, ਉਹ ਬਚਨ ਵੀ ਧਿਆਨ ਵਿੱਚ ਲਵੋ। ਕਹਿੰਦੇ ਨੇ ਕਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਰੱਬ ਦਾ ਰਾਹ ਉਹਨੂੰ ਲੱਭੇਗਾ ਜਿਹੜਾ ਆਪ ਕਿਰਤ ਕਰੇਗਾ। ਪਹਿਲੇ ਹੀ ਕਿਹਾ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਉਹਨਾਂ ਨੇ ਕਿਹਾ ਜਿਹੜਾ ਮੰਗ ਕੇ ਖਾਂਦਾ ਉਹਨੂੰ ਮੱਥਾ ਨਾ ਟੇਕੋ। ਬੜਾ ਸੁੰਦਰ ਬਚਨ ਕਿਹਾ ਹੈ, ਕਹਿੰਦੇ ਨੇ ਮੰਗ ਕੇ ਜਿਹੜਾ ਖਾਂਦਾ ਗੁਰਪੀਰ ਸਦਾਏ, ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਕਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਹੋਰ ਬਚਨ ਭਾਈ ਗੁਰਦਾਸ ਜੀ ਦਾ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੇ, ਲੈ ਪ੍ਰਸ਼ਾਦ ਆਨ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੇ ਬਚਿਆ ਆਪ ਖਵੰਦਾ। ਇੱਕ ਪਾਸੇ ਕਿਹਾ ਕਿ ਉਹ ਦਿੰਦਾ ਥਾਂ ਥਾਂ ਤੇ ਪਹੁੰਚਾਉਂਦਾ। ਹੁਣ ਇੱਥੇ ਮੈਂ ਇੱਕ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ। ਜੰਗਲ ਵਿੱਚ ਇੱਕ ਸੱਜਣ ਗਿਆ ਤੇ ਮਨ ਵਿੱਚ ਧਿਆਨ ਆ ਗਿਆ, ਕਹਿਣ ਲੱਗਾ ਆ ਜਿਹੜੀ ਲੂੰਬੜੀ ਬੈਠੀ ਹੈ, ਲੱਤਾਂ ਇਹਦੀਆਂ ਟੁੱਟੀਆਂ ਅਗਲੀਆਂ ਦੋਵਾਂ, ਇਹ ਤੇ ਸ਼ਿਕਾਰ ਮਾਰ ਨਹੀਂ ਸਕਦੀ, ਇਹਨੂੰ ਕੌਣ ਦਿੰਦਾ ਹੋਵੇਗਾ, ਇਹ ਕਿਵੇਂ ਖਾਂਦੀ ਹੋਵੇਗੀ। ਇੱਕ ਸ਼ੇਰ ਆਇਆ, ਇਹ ਤੇ ਰੁੱਖ ਤੇ ਡਰਦਾ ਚੜ ਗਿਆ, ਸ਼ੇਰ ਨੇ ਸ਼ਿਕਾਰ ਮਾਰਿਆ, ਆਪ ਖਾਧਾ ਤੇ ਲਿਆ ਕੇ ਨਾ ਇਹਦੇ ਕੋਲ ਬਾਕੀ ਛੱਡ ਗਿਆ। ਇਹਨੂੰ ਮਿਲ ਗਿਆ, ਕਹਿਣ ਲੱਗਾ ਵਾਕਿਆ ਹੀ ਰੱਬ ਦਿੰਦਾ। ਸ਼ਰਧਾ ਬਣ ਗਈ ਤੇ ਜਾ ਕੇ ਇੱਕ ਥਾਂ ਤੇ ਇਕਾਂਤ 'ਚ ਬੈਠ ਗਿਆ, ਕਹਿਣ ਲੱਗਾ ਮੈਨੂੰ ਵੀ ਰੱਬ ਦੇਵੇਗਾ। 4 ਦਿਨ ਭੁੱਖਾ ਬੈਠਾ ਰਿਹਾ ਤੇ ਕੋਈ ਵੀ ਨਾ ਆਇਆ। ਕਹਿਣ ਲੱਗਾ ਐਵੇਂ ਕਿਤੇ ਇਤਫਾਕ ਨਾਲ ਸ਼ੇਰ ਆ ਗਿਆ, ਕੋਈ ਨਹੀਂ ਰੱਬ ਦਿੰਦਾ, ਦਿੰਦਾ ਹੁੰਦਾ ਤੇ ਮੈਨੂੰ ਵੀ ਨਾ ਦਿੰਦਾ। ਇੱਕ ਆਵਾਜ਼ ਆ ਗਈ, ਉਹ ਸਿਦਕਹੀਨ ਬੰਦੇ, ਆਲਸੀ ਬੰਦੇ, ਤੂੰ ਲੰਗੜੀ ਲੂੰਬੜੀ ਨਾ ਬਣ, ਤੂੰ ਸ਼ੇਰ ਬਣ। ਉਹਦੀਆਂ ਤੇ ਬਾਹਾਂ ਟੁੱਟੀਆਂ ਸਨ, ਹੱਥ ਟੁੱਟੇ ਸਨ, ਤੇਰੇ ਤੇ ਸਾਬਤ ਨੇ, ਜਾ ਕਿਰਤ ਕਰ। ਹੁਣ ਵੇਖੋ ਗੁਰੂ ਕੇ ਲੰਗਰ ਨੇ, ਕੁਛ ਐਸੇ ਨੇ ਪਾ ਜਾਂਦੇ ਨੇ ਤੇ ਕੁਛ ਐਸੇ ਨੇ ਖਾ ਜਾਂਦੇ। ਹੁਣ ਛਕਣਾ ਤੇ ਸਾਰੇ, ਕਈ ਸੱਜਣ ਇਹ ਗੱਲ ਕਹਿੰਦੇ ਨੇ ਗਿਆਨੀ ਜੀ ਜਿਹੜੇ ਪਾ ਜਾਂਦੇ ਨੇ, ਕਈਆਂ ਦਾ ਹੁੰਦਾ ਛਕਣਾ ਚਾਹੀਦਾ ਕਿ ਨਹੀਂ। ਮੈਂ ਕਹਿਣਾ ਜਦੋਂ ਪੈ ਗਿਆ ਨਾ, ਕਿਸੇ ਦਾ ਨਹੀਂ ਰਹਿ ਗਿਆ, ਉਹ ਕਿਸੇ ਦਾ ਨਹੀਂ ਰਹਿ ਗਿਆ। ਗੁਰੂ ਕਾ ਲੰਗਰ ਤੁਸੀਂ ਛਕਦੇ ਹੋ, ਉਸ ਦੇ ਵਿੱਚ ਜਿੰਨਾ ਕੁ ਯਥਾ ਸ਼ਕਤ ਹੈ ਕੋਈ ਪਾਉਂਦਾ, ਲੇਕਿਨ ਇਹ ਧਿਆਨ ਕਦੀ ਨਾ ਕਰਨਾ ਕਿ ਲੰਗਰ ਕਿਸੇ ਬੰਦੇ ਦਾ। ਪਰ ਇਹ ਵੀ ਧਿਆਨ ਜ਼ਰੂਰ ਕਰਨਾ ਮੇਰੇ ਕੋਲੋਂ ਵੀ ਜੋ ਤਿਲ ਫੁੱਲ ਹੋ ਸਕੇ ਮੈਨੂੰ ਵੀ ਇਸ ਵਿੱਚ ਭੇਟਾ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਨੇ ਕਰਮ ਕਰ, ਉਦਮ ਕਰ, ਉਦਮ ਕਰਿੰਦਿਆ ਜਿਉ ਤੂੰ, ਕਮਾਉਂਦਿਆ ਸੁਖ ਪਹੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਇਸ ਗੱਲ ਨੂੰ ਇੰਝ ਲਈਏ ਭਈ ਅਸੀਂ ਮੁੱਲ ਲੈ ਆਂਦੀਏ, ਕਣਕ ਮੁੱਲ ਲੈ ਆਂਦਾ ਆਟਾ, ਤੇ ਜੇ ਉਹ ਕਣਕ ਧਰਤੀ ਨਾ ਬਣਾਉਂਦਾ ਤੇ ਬੀਜਦੇ ਕਿੱਥੇ, ਉਗਣ ਸ਼ਕਤੀ ਨਾ ਰੱਖਦਾ ਤੇ ਫਿਰ ਅਸੀਂ ਆਟਾ ਕਿਵੇਂ ਬਣਾਉਂਦੇ, ਖਾਂਦੇ ਕਿਵੇਂ। ਰਿਜ਼ਕ ਦਾ ਦਾਤਾ ਉਹ ਆ ਜਿਸ ਨੇ ਮੁੱਢਲਾ ਸਭ ਕੁਝ ਦਿੱਤਾ, ਬਣਾਇਆ। ਕਹਿੰਦੇ ਨੇ ਉਸ ਮਾਲਕ ਦੀ ਟੇਕ ਰੱਖ ਕੇ ਸਭ ਨੂੰ ਦਿੰਦਾ। ਤੇ ਇੱਕ ਗੱਲ ਹੋਰ ਸੌਖੀ ਕਰ ਲਈਏ, ਜਿਸ ਨੂੰ ਬੰਦੇ ਤੂੰ ਦਿੱਤਾ ਹੈ ਨਾ, ਇਹ ਵੀ ਸਮਝ ਤੂੰ ਨਹੀਂ ਦਿੱਤਾ, ਉਸੇ ਨਹੀਂ ਦਿੱਤਾ, ਤੇਰੇ ਕੋਲੋਂ ਦਵਾਇਆ। ਜੇ ਉਹ ਨਾ ਚਾਹੇ, ਕਹਿੰਦੇ ਨੇ ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਮੰਗਣ ਵਿੱਚ ਕਈ ਵਾਰੀ ਮੰਗਣਾ ਹੁੰਦਾ, ਰਹਿ ਹੀ ਜਾਂਦੇ ਆ, ਮੰਗ ਹੀ ਨਹੀਂ ਸਕਦੇ। ਕਈ ਵਾਰੀ ਦੇਣਾ ਚਾਹੁੰਦੇ ਆ, ਅਸੀਂ ਦੇ ਹੀ ਨਹੀਂ ਸਕਦੇ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਬੜਾ ਸੁੰਦਰ ਕਿਹਾ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਉਹ ਮਾਲਕ ਕੋਲੋਂ ਮੰਗ ਕੇ ਲੈ, ਦਰ ਦਰ ਤੋਂ ਨਾ ਮੰਗ, ਹਰ ਬੰਦੇ ਕੋਲੋਂ ਨਾ ਮੰਗ। ਮਸ਼ੱਕਤ ਲਾਹੋ ਮਜ਼ੂਰੀਆ, ਮੰਗ ਮੰਗ ਖਸਮ ਦਾ ਰਾਹ। ਮਾਲਕ ਦੇ ਦਰ ਤੋਂ ਮੰਗੋ,
ਉਸ ਦੇ ਕੋਲੋਂ ਸਤਿਗੁਰੂ ਕਹਿੰਦੇ ਨੇ ਹਮ ਭੇਖੇ ਭੇਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਉਹ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਹਤਾ ਪਰ ਜਿਹੜਾ ਨਾਮ ਹੀ ਨਹੀਂ ਮੈਂ ਮੰਗਦਾ ਇਹ ਵੀ ਮੰਗਣਾ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿਣ ਦਾ ਉਸ ਦੇ ਦਰ ਤੋਂ ਮੰਗੋ ਉਸ ਦੇ ਕੋਲੋਂ ਮਜ਼ਦੂਰੀ ਮੰਗੋ ਪਰ ਕਮਾਈ ਤੇ ਕਰੋ ਨਾਮ ਅਭਿਆਸ ਤੇ ਕਰੋ ਕਹਿੰਦੇ ਨੇ ਜਿੰਨਾ ਤਤ ਦੀ ਕਮਾਈ ਕੀਤੇ ਮਾਲਕ ਦੇ ਦਰ ਤੋਂ ਮੰਗ ਮੰਗ ਕੇ ਲੈਂਦੇ ਨੇ ਕਿਸੇ ਹੋਰ ਕੋਲੋਂ ਨਹੀਂ ਮੰਗਦੇ ਹਾਂਜੀ ਨਾਨਕ ਪੁਰਦਰ ਵੇ ਪਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ ਪਾਤਸ਼ਾਹ ਫਰਮਾ ਰਹੇ ਨੇ ਪੁਰ ਦਾ ਅਰਥ ਹੁੰਦਾ ਪੂਰਾ ਭਰਿਆ ਹੋਇਆ ਉਹਦਾ ਦਰ ਪੂਰਾ ਉਹਦਾ ਦਰ ਭਰਪੂਰ ਹੈ ਉੱਥੇ ਕੋਈ ਘਾਟ ਨਹੀਂ ਨਾਨਕ ਪੁਰ ਦਰ ਵੇ ਪ੍ਰਵਾਹ ਦੇ ਦਰ ਤੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਵਿੱਚ ਕੀ ਨਹੀਂ ਉਸ ਦੇ ਦਰ ਤੇ ਸਭ ਕੁਝ ਹੈ ਊਣਾ ਨਾ ਹੈ ਕੋਈ ਖਾਲੀ ਨਹੀਂ ਜਾਂਦਾ ਕੋਈ ਊਣਾ ਨਹੀਂ ਉੱਥੋਂ ਆਉਂਦਾ ਸੱਚਾ ਵੇ ਪ੍ਰਵਾਹ ਉਹ ਸਦਾ ਸਥਿਰ ਰਹਿਣ ਵਾਲਾ ਹੈ ਵੇ ਪ੍ਰਵਾਹੀ ਉਹਦੀ ਇੰਨੀ ਹੈ ਜਿਹੜੇ ਕਹਿੰਦੇ ਨੇ ਰੱਬ ਹੈ ਉਹਨਾਂ ਨੂੰ ਵੀ ਦਿੰਦਾ ਜਿਹੜੇ ਕਹਿੰਦੇ ਨੇ ਰੱਬ ਨਹੀਂ ਉਹਨਾਂ ਨੂੰ ਵੀ ਦਿੰਦਾ ਇੱਕ ਥਾਂ ਦਸਤਰਖਾਨ ਵਿਛਿਆ ਸੀ ਪੈਗੰਬਰ ਬੈਠਾ ਸੀ ਨਾਲ ਸਾਥੀ ਬੈਠੇ ਸਨ ਤੇ ਇੱਕ ਬਜ਼ੁਰਗ ਵਿੱਚ 100 ਸਾਲ ਦਾ ਉਹ ਬੈਠਾ ਸੀ ਇਹ ਮੁਸਲਮਾਨ ਜਦੋਂ ਖਾਣ ਲੱਗਦੇ ਨੇ ਜਿਵੇਂ ਅਸੀਂ ਕਹਿੰਦੇ ਆ ਵਾਹਿਗੁਰੂ ਤੇਰਾ ਸ਼ੁਕਰ ਆ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਉਹ ਕਹਿੰਦੇ ਨੇ ਬਿਸਮਿਲ੍ਲਾ ਅੱਲਾ ਨੂੰ ਯਾਦ ਕਰਦੇ ਨੇ ਬਾਕੀ ਸਾਰਿਆਂ ਆਖਿਆ ਤੇ ਉਧਰੋਂ ਆਵਾਜ਼ ਨਾ ਆਈ ਕਹਿਣ ਲੱਗੇ ਬਜ਼ੁਰਗਾ ਤੂੰ ਬਿਸਮਿਲ੍ਲਾ ਕਿਉਂ ਨਹੀਂ ਕਿਹਾ ਕਹਿਣ ਲੱਗਾ ਮੈਂ ਮੰਨਦਾ ਹੀ ਨਹੀਂ ਮੈਂ ਤੇ ਅੱਲਾ ਨੂੰ ਮੰਨਦਾ ਹੀ ਨਹੀਂ ਮੈਂ ਆਖਾਂ ਕਿਉਂ ਕਹਿਣ ਲੱਗੇ ਅੱਲਾ ਦੇ ਨਾਂ ਤੇ ਖਾਣੇ ਪਏ ਆ ਫਿਰ ਛੱਡ ਦੇ ਰੋਟੀ ਉਹਦੇ ਹੱਥ ਵਿੱਚੋਂ ਖੋਹ ਲਈ ਤੇ ਉਹਨੂੰ ਤੌਰ ਦਿੱਤਾ ਜਾ ਚਲਾ ਗਿਆ ਪਰ ਅੱਜ ਰਾਤ ਨੂੰ ਜਦੋਂ ਜੁੜਨ ਲੱਗਾ ਇੱਕ ਆਵਾਜ਼ ਆਈ ਕਹਿਣ ਲੱਗੇ ਜਿਸ ਨੂੰ ਮੈਂ 100 ਸਾਲ ਉਮਰ ਦਿੱਤੇ ਰਿਜ਼ਕ ਵੀ ਦਿੰਦਾ ਰਿਹਾ ਤੇ ਉਹ ਕਹਿੰਦਾ ਰਿਹਾ ਖੁਦਾ ਹੈ ਹੀ ਨਹੀਂ ਤੇਰੇ ਘਰ ਇੱਕ ਦਿਨ ਆ ਗਿਆ ਤੇ ਤੂੰ ਉਹਦਾ ਰਿਜ਼ਕ ਖੋਹ ਲਿਆ ਉਹ ਭੋਲਿਆ ਤੇਰਾ ਮੇਰਾ ਕੀ ਸੰਬੰਧ ਬਣ ਸਕਦਾ ਮਨ ਦਾ ਦੇ 7 ਸਾਲਾ ਰੋਜ਼ੀ ਉਹ ਜਾਂ ਮੈਂ ਦਿੱਤਾ 100 ਸਾਲ ਮਨ ਦਾ ਦੇ 7 ਸਾਲਾ ਰੋਜ਼ੀ ਉਹ ਜਾਂ ਤੁਰਾ ਨਫ਼ਰਤ ਦਾ ਦੇ ਅਜ਼ੋ ਯਕਜ਼ਮਾ ਇੱਕਦਮ ਤੇਰੇ ਘਰ ਆਇਆ ਤੂੰ ਨਫ਼ਰਤ ਕੀਤੀ ਉਹ ਮਾਲਕ ਦਾ ਦਰ ਹੈ ਪੁਰ ਉੱਥੇ ਕੋਈ ਘਾਟ ਨਹੀਂ ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਦੋਖਣ ਐਬ ਵੇਖਦਾ ਤਾਂ ਵੀ ਰਿਜ਼ਕ ਦਿੰਦਾ ਦੀਨ ਦਇਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਕਹਿੰਦੇ ਨੇ ਦਿੰਦਾ ਤੇ ਦਿੰਦਾ ਥੱਕਦਾ ਨਹੀਂ ਦਿੰਦਾ ਹਾਰਦਾ ਨਹੀਂ ਕਿ ਕੱਲ ਲੈ ਗਿਆ ਅਸਾਂ ਅੱਜ ਫੇਰ ਆ ਗਏ ਨਹੀਂ ਉਹ ਉਸ ਨੂੰ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਇ ਕੇਤੇ ਮੰਗੇ ਜੋ ਦਿਓ ਪਾਰ ਕੇਤੇ ਅਗਣਤ ਨਹੀਂ ਵਿਚਾਰ ਬੁਰੇ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਮੁਕਰ ਪਾਏ ਕੇਤੇ ਮੂਰਖਾਈ ਖਾ ਇਹਨੇ ਨੇ ਸਭ ਨੂੰ ਦੇ ਰਿਹਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡਰ ਜੇਰਜ ਸੇਤ ਜਾਂ ਅੰਡਰ ਜੇਰਜ ਸੇਤ ਜਾਂ ਖਾਣੀ ਉਤਪ ਜਾਂ ਸੋ ਮਚ ਜਾਣੇ ਨਾਨਕਾ ਸਰਾ ਮੇਰਾ ਜਨਤਾ ਉਹ ਸਾਰੇ ਖਾਣੀਆਂ ਨੂੰ ਸਾਰਿਆਂ ਨੂੰ ਹਰ ਇੱਕ ਨੂੰ ਦਿੰਦਾ ਸਭ ਦੀ ਚਿੰਤਾ ਕਰ ਰਿਹਾ ਉਹਦੇ ਦਰੋਂ ਕੋਈ ਊਣਾ ਨਹੀਂ ਜਾਂਦਾ ਮਹੱਲਾ ਪਹਿਲਾ ਇਹ ਸ਼ਲੋਕ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ ਉਜਲ ਮੋਤੀ ਸੋਹਣੇ
ਰਤਨਾ ਨਾਲ ਜੁੜਨ। ਹੁਣ ਇੱਕ ਵਿਚਾਰ ਧੰਨ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ ਸੰਸਾਰ ਉਹਦਾ ਐਡਾ ਸੋਹਣਾ ਹੈ, ਇੱਥੇ ਫੁੱਲ ਖਿੜੇ ਹੋਏ ਨੇ, ਫਲ ਲੱਗੇ ਹੋਏ ਨੇ, ਬੜਾ ਸੁੰਦਰ ਕਿ ਹੈ। ਕਹਿੰਦੇ ਨੇ ਮੇਵੇ ਖਾਣ ਵਾਸਤੇ ਇੱਥੇ ਬਹੁਤ ਨੇ, ਇੱਥੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ, ਦੁੱਧ ਦੀਆਂ ਨਦੀਆਂ ਵਗ ਰਹੀਆਂ ਨੇ, ਪਦਾਰਥ ਬਹੁਤ ਨੇ ਉਸ ਦੇ ਦਿੱਤੇ। ਇਹ ਪਾ ਕੇ ਨਾ ਜੇ ਕਿਤੇ ਘਰ 'ਚ ਸਭ ਕੁਝ ਆ ਜਾਏ ਤੇ ਬੰਦਾ ਹੰਕਾਰ ਕਰਦਾ। ਕਦੇ ਸ਼ੀਸ਼ੇ ਦੇ ਸਾਹਮਣੇ ਖਲੋ ਜਾਏ ਨਾ, ਇਹ ਦੰਦ ਵੀ ਰੱਬ ਦੀ ਦਾਤ ਨੇ, ਪਰ ਜੇ ਕਿਤੇ ਇੱਕੋ ਜਿਹੇ ਹੋਣ ਨਾ, ਕਈਆਂ ਦੇ ਵਿੰਗੇ ਟੇਢੇ ਹੁੰਦੇ ਨੇ, ਉਹਨਾਂ ਨੂੰ ਬੜਾ ਚੁੱਭਦਾ। ਸੁੰਦਰਤਾ ਵਿੱਚ ਨੁਕਸ ਜਾਪਦਾ ਵੀ ਦੰਦ ਹੋਣ ਮੋਤੀਆਂ ਵਾਂਗੂ ਜੜੇ, ਲਾਈਨ ਇਹਨਾਂ ਦੀ ਸੋਹਣੀ ਹੋਵੇ, ਅੱਖਾਂ ਬੜੀਆਂ ਸੋਹਣੀਆਂ ਹੋਣ ਤੇ ਹੰਕਾਰ ਕਰਦਾ, ਮੈਂ ਬੜਾ ਸੁੰਦਰ ਹਾਂ, ਮੈਂ ਬੜਾ ਸੋਹਣਾ। ਸਾਹਿਬਾਂ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਰੱਬ ਦਾ ਧੰਨਵਾਦ ਕਰ, ਤੂੰ ਤੇ ਗੁਮਾਨ ਕਰਨ ਲੱਗ ਪਿਆ। ਇੱਥੇ ਸੋਹਣੇ ਕੌਣ ਨੇ? ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਔਰ ਸੋਹਣੇ ਬਣਨ ਵਾਸਤੇ ਅਸੀਂ ਕਾਦਰ ਦੀ ਕੁਦਰਤ ਨੂੰ ਵੀ ਵਿਗਾੜ ਦਿੰਦੇ ਹਾਂ ਕਈ ਵਾਰੀ। ਸੋਹਣੇ ਬਣਨ ਵਾਸਤੇ ਕੇਸਾਂ ਨਾਲ ਕੁਝ ਦਾ ਕੁਛ ਕਰਦੇ ਨੇ, ਸੋਹਣੇ ਬਣਨ ਵਾਸਤੇ ਕੇਸ ਕੱਟਦੇ ਨੇ। ਕਹਿੰਦੇ ਨੇ ਨਾ, ਤੈਨੂੰ ਉਸਨੇ ਬੜਾ ਸੋਹਣਾ ਬਣਾਇਆ, ਅੱਖਾਂ ਸੁੰਦਰ ਦਿੱਤੀਆਂ, ਦੰਦ ਤੈਨੂੰ ਸੁੰਦਰ ਦਿੱਤੇ, ਉਜਲ ਮੋਤੀ ਸੋਹਣੇ। ਮੋਤੀ ਦਾ ਅਰਥ ਇੱਥੇ ਦੰਦ, ਰਤਨ ਅੱਖਾਂ, ਰਤਨਾਂ ਨਾਲ ਜੁੜਨ। ਨਾਲ ਅੱਖਾਂ ਜੜੀਆਂ ਹੋਈਆਂ ਨੇ, ਕੈਸੀਆਂ ਉਸਨੇ ਜੜੀਆਂ ਨੇ, ਵੇਖਦਾ ਇਹ ਸਭ ਕੁਝ ਜੁੜਿਆ ਹੋਇਆ ਹੈ। ਹਾਂਜੀ, 3000 ਵੈਰੀ ਨਾਨਕਾ, ਜੇ ਬੁੱਢੇ ਥੀ ਮਰਨ। ਪਰ ਕਹਿੰਦੇ ਨੇ ਇਹਨਾਂ ਦਾ ਵੈਰੀ ਅੰਦਰ ਬੈਠਾ ਹੋਇਆ, ਬਿਰਧ ਅਵਸਥਾ, ਜਰ ਆਈ ਜੋਬਨ ਹਾਰਿਆ। ਜਿਹੜੇ ਨੇਤਰ ਸੋਹਣੇ ਜਾਪਦੇ ਸਨ, ਕਹਿੰਦੇ ਨੇ ਉਹਨਾਂ ਨੂੰ ਧਿਆਨ ਨਾਲ ਵੇਖੋ। ਜਿਨ ਲੋਇਨ ਜਗ ਮੋਇਆ, ਫਰੀਦਾ ਜਿਨ ਲੋਇਨ ਜਗ ਮੋਇਆ, ਸੇ ਲੋਇਨ ਮੈਂ ਡਿਠ। ਕੱਜਲ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਠ। ਕੱਜਲ ਦੀ ਰੇਖਾ ਨਹੀਂ ਸਨ ਸਹਿੰਦੀਆਂ, ਹੁਣ ਪੰਖੀਆਂ ਨੇ ਆਲਣੇ ਪਾਏ ਹੋਏ ਨੇ ਖੋਪਰੀ ਦੇ ਵਿੱਚ। 3000 ਵੈਰੀ ਨਾਨਕਾ, ਬੁਢਾਪਾ ਇਹਨਾਂ ਦਾ ਵੈਰੀ ਹੈ, ਬਿਰਧ ਅਵਸਥਾ ਵੈਰੀ ਹੈ। ਜੇ ਬੁੱਢੇ ਥੀਏ ਮਰਨ, ਬੁੱਢੇ ਹੋ ਕੇ ਉਹ ਬੰਦੇ ਆਖਰ ਮਰ ਜਾਂਦੇ ਨੇ। ਇਹ ਮਰਨਾ ਯਾਦ ਰੱਖਣਾ ਚਾਹੀਦਾ, ਅਪਮਾਨ ਨਹੀਂ ਕਰਨਾ ਚਾਹੀਦਾ। ਹਾਂਜੀ, ਪੌੜੀ ਹਾਂਜੀ, ਹਰ ਸਾਲਾਹੀ ਸਦਾ ਸਦਾ, ਤਨ ਮਨ ਸੌਂਪ ਸਰੀਰ। ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਪੌੜੀ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਬੰਦਾ ਦੋ ਕੰਮ ਕਰਦਾ, ਧਿਆਨ ਨਾਲ ਵੇਖਣਾ। ਆਪਣੀ ਸਿਫਤ ਕਰਦਾ, ਜਿੱਥੇ ਵੀ ਬੈਠੇਗਾ ਆਪਣੀ ਸਿਫਤ ਕਰਦਾ ਤੇ ਦੂਸਰਿਆਂ ਦੀ ਨਿੰਦਾ ਕਰਦਾ, ਜਾਂ ਆਪਣੀ ਸਿਫਤ ਸੁਣਨੀ ਚਾਹੁੰਦਾ ਤੇ ਦੂਸਰਿਆਂ ਦੀ ਨਿੰਦਾ। ਬਸ ਇਹ ਹੀ ਇਹਦਾ ਕੰਮ ਹੈ। ਕਹਿੰਦੇ ਨੇ ਨਹੀਂ, ਪ੍ਰਮਾਤਮਾ ਦੀ ਸਿਫਤ ਕਰਨੀ ਚਾਹੀਦੀ ਹੈ। ਕਿੰਨਾ ਚਿਰ? ਸਦਾ ਸਦਾ ਵਾਸਤੇ ਉਸ ਦੀ ਸਿਫਤ ਕਰਨੀ ਚਾਹੀਦੀ ਹੈ। ਤੇ ਕਿਵੇਂ? ਤਨ ਵੀ ਉਸ ਦੇ ਅੱਗੇ ਰੱਖ ਦਿਓ, ਮਨ ਵੀ ਰੱਖ ਦਿਓ, ਸਰੀਰ ਵੀ ਰੱਖ ਦਿਓ, ਸਭ ਕੁਝ ਤਨ ਮਨ ਸੌਂਪ ਸਰੀਰ ਉਸ ਦੀ ਭੇਟਾ ਕਰਕੇ, ਕਿ ਮੈਂ ਜੇ ਸਿਫਤ ਕਰ ਰਿਹਾ ਤੇਰੀ ਦਿੱਤੀ ਜ਼ੁਬਾਨ ਨਾਲ ਕਰ ਰਿਹਾ। ਜੇਕਰ ਮੈਂ ਤੇਰੀ ਮਹਿਮਾ ਕਰਨਾ, ਤੇਰੀ ਸਿਫਤ, ਇਹ ਜ਼ੁਬਾਨ ਕਿਸ ਦੀ ਦਿੱਤੀ? ਮੈਂ ਗੂੰਗਾ ਹੁੰਦਾ ਤੇ ਕੀ ਕਰਦਾ? ਇਹ ਤੇਰੀ ਦਿੱਤੀ ਜ਼ੁਬਾਨ ਹੈ। ਸੇਵਾ ਕਰਨਾ ਤੇ ਤੇਰੇ ਦਿੱਤੇ ਹੱਥਾਂ ਨਾਲ, ਚੱਲ ਕੇ ਆਇਆ ਤੇ ਤੇਰੇ ਦਿੱਤੇ ਹੋਏ ਪੈਰਾਂ ਨਾਲ। ਇਹ ਸਰੀਰ ਉਸ ਨੂੰ ਸੌਂਪ ਕੇ ਕਿ ਮੈਂ ਜੇ ਕਰ ਰਿਹਾ ਤੇ ਤੇਰੇ ਦਿੱਤੇ ਨਾਲ ਕਰ ਰਿਹਾ, ਤੇਰਾ ਦਿੱਤਾ ਹੀ ਤੇਰੇ ਅੱਗੇ ਰੱਖ ਰਿਹਾ। ਬੜਾ ਸੁੰਦਰ ਕਿਹਾ ਕਬੀਰ ਸਾਹਿਬ ਜੀ ਨੇ। ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ। ਅਪਮਾਨ ਤੇ ਨਾ ਹੋਵੇਗਾ, ਤੇਰੇ ਦਿੱਤੇ ਨਾਲ ਹੀ ਕਰ ਰਿਹਾ। ਹਾਂ, ਹਾਂਜੀ, ਗੁਰ ਸਬਦੀ ਸੱਚ ਪਾਇਆ,
ਸੱਚਾ ਗਹਿਰ ਗੰਭੀਰ। ਗੁਰੂ ਦੇ ਸ਼ਬਦ ਦੁਆਰਾ ਹੀ ਉਹ ਸੱਚਾ ਪ੍ਰਮਾਤਮਾ ਸਦਾ ਸਥਿਰ ਰਹਿਣ ਵਾਲਾ ਉਹ ਪਾਇਆ ਹੈ। ਉਹ ਸਦਾ ਰਹਿਣ ਵਾਲਾ ਸੱਚਾ ਹੈ ਤੇ ਗੈਰ ਗੰਭੀਰ ਕਹਿੰਦੇ ਨੇ ਵੱਡੇ ਜਿਗਰੇ ਵਾਲੇ ਨੂੰ। ਗੈਰ ਗੰਭੀਰ ਆਮ ਬੰਦਾ ਤੇ ਓਛਾ ਹੈ। ਛੋਟੀ ਜੀ ਗੱਲ ਤੋਂ ਲੜ ਪੈਣਾ, ਛੋਟੀ ਜੀ ਗੱਲ ਤੋਂ ਤੈਸ਼ ਵਿੱਚ ਆ ਜਾਣਾ। ਕਾਲਮ ਨੇ ਬੜਾ ਸੁੰਦਰ ਕਿਹਾ, ਮੈਂ ਉਹ ਕਹਿੰਦਾ ਉਹਨੂੰ ਬੰਦਾ ਹੀ ਨਹੀਂ ਕਹਿੰਦਾ ਜਿਹੜਾ ਤੈਸ਼ ਵਿੱਚ ਆ ਕੇ ਰੱਬ ਨੂੰ ਭੁੱਲ ਜਾਏ, ਗੁੱਸੇ 'ਚ ਆ ਕੇ ਰੱਬ ਨੂੰ ਭੁੱਲ ਜਾਏ, ਐਸ਼ ਆ ਜਾਏ ਤੇ ਰੱਬ ਨੂੰ ਭੁੱਲ ਜਾਏ। ਕਈਆਂ ਨੂੰ ਗਰੀਬੀ ਮਾਰ ਜਾਂਦੀ ਹੈ, ਕਈਆਂ ਨੂੰ ਅਮੀਰੀ ਮਾਰ ਜਾਂਦੀ, ਕਈਆਂ ਨੂੰ ਗਰੀਬੀ ਵਿੱਚ ਰੱਬ ਭੁੱਲਿਆ, ਕਈਆਂ ਨੂੰ ਅਮੀਰੀ ਵਿੱਚ ਭੁੱਲਿਆ। ਜ਼ਫਰ ਆਦਮੀ ਉਸਕੋ ਨਾ ਜਾਣੀਏਗਾ, खा कितना हो साहिब फ़ाम ज़का, जिससे ऐश में याद खुदा ना रहे, जिसे तैश में खौफ खुदा ना रहा। सच्चा गैर गंभीर जिन्हों ने पाया वो भी गैर गंभीर हो गए ने, वड्डे जिगरे वाले हो गए ने। उन्हों के अंदर धीरज है, उन्हों के अंदर सहज है, उन्हों के अंदर अडोलता है। हाँ जी। मन तन हृदय रव रहिया, हर हीरा हीर। हीरे ते बहुत ने। को नूर का जिक्र आउंदा 36 ਲੱਖ ਪਾਉਂਡ ਇੰਗਲੈਂਡ ਵਾਲਿਆਂ ਦੀ ਕੀਮਤ ਪਾ ਦਿੱਤੀ ਸੀ। ਹੀਰਿਆਂ 'ਚੋਂ ਹੀਰਾ ਹੈ ਅਕਾਲ ਪੁਰਖ ਪਰਮਾਤਮਾ ਨਿਰੰਕਾਰ। ਉਹ ਹੀਰਿਆਂ 'ਚੋਂ ਹੀਰਾ ਹੁਣ ਕਹਿੰਦੇ ਨੇ ਮਨ ਵਿੱਚ ਵਸ ਰਿਹਾ, ਤਨ ਵਿੱਚ ਵਸ ਰਿਹਾ, ਮੇਰੇ ਅੰਦਰ ਵਸਦਾ, ਮੇਰੇ ਤੋਂ ਦੂਰ ਨਹੀਂ। परमात्मा असल हीरा है, हीरियां दा हीरा है। हाँ जी। जन्म मरण का दुख गया, फिर पावे ना फिर। जन्म बड़ा बड़ा दुख है, मरण दुख है, चले गए। फिर दा अर्थ है फेरा, गेड़ा। फिर इत्थे वार वार जन्म मरण दा गेड़ा उसनू नहीं पैंदा। हाँ जी। नानक नाम सलाह तू, हर गुणी गहीर। परमात्मा जो गुणा दा गहरा समंदर है। भाव समुंदर विच ते पानी हुंदा है, पर उत्थे गुण ही गुण ने। वो निरंकार गुणा दा सागर है। साहब कहंदे ने तू उस दी सिफत सलाह कर, होवेगा कि गुण गाउंदियां गाउंदियां कहंदे ने गुण तेरे विच आ जाणगे। रब दे गुण गाएगा ना, किसी दे अवगुण फुलेंगा, अवगुण आ जाणगे। गुण तेरे विच आ जाणगे। निरभउ जपै सगल भउ मिटाए। निर्वैर कहंदे आ निर्वैर हो जाएगा। उस नूं वड्डा वड्डा कहंदे आ तू आप वड्डा हो जाएगा। वो तैनूं वड्डा कर लवेगा। जिस नाल बड़ा प्यार होवे बच्चे नूं मोढे ते रख लईदा। वो कहंदा पिता तेरे नालों भी वड्डा हो गया। वो इन्ना उच्चा कर देंदा, कह देने ते रब वर्गा, पर उस दे मोढियां ते झड़ के ਉਹਦੇ ਚਰਨ ਨਾ ਭੁੱਲੀ, ਸਦਾ ਵਾਸਤੇ ਯਾਦ ਰੱਖੀ। ਉਹ ਗੁਣਾਂ ਦਾ ਗਹਿਰਾ ਸਮੁੰਦਰ 2 ਦਿਨ ਹਾਜ਼ਰੀ ਭਰਦੇ ਆਂ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਲੈਣਾ। ਸਿੱਖ ਪੰਥ ਬਖਸ਼ਾਂਦਾ ਹੈ, ਮੇਰਾ ਗੁਰੂ ਰਾਮਦਾਸ ਬਖਸ਼ਾਂਦਾ। ਕਿਰਪਾ ਕਰੇ ਸਰਬੱਤ ਦਾ ਧੰਨਵਾਦ। ਧੰਨ ਗੁਰੂ ਰਾਮਦਾਸ ਤੇਰਾ ਧੰਨਵਾਦ। ਸੰਗਤਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਅਜ਼ੀਮ ਹਸਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਦਰਬਾਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਫਿਰ ਭੁੱਲਾਂ ਦੀ ਖੇਮਾ ਆਖਰੀ ਪੰਕਤੀਆਂ ਦਾ ਉਚਾਰਨ ਸਰਵਣ ਕਰੋ ਤੇ ਇਸ ਦੇ ਨਾਲ ਹੀ ਸਮਾਪਤੀ ਹੋਵੇਗੀ ਜੀ। ਹਾਂ। ਜਨਮ ਮਰਨ ਕਾ ਦੁਖ ਗਿਆ, ਫਿਰ ਪਵੈ ਨਾ ਫਿਰ। ਨਾਨਕ नाम सलाह तू, हर गुणी गहीर। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।